अस्सलाम वालेकुम ਡੀਅਰ ਸਟੂਡੈਂਟਸ। ਹਾਂਜੀ ਬੇਟਾ ਜੀ, ਤੁਹਾਡਾ ਇਸ ਸਮਾਜਿਕ ਸਿੱਖਿਆ ਦੀ ਕਲਾਸ ਦੇ ਵਿੱਚ ਬੇਟਾ ਸਵਾਗਤ ਹੈ। ਤਾਂ ਬੇਟਾ ਅੱਜ ਆਪਾਂ ਸਮਾਜਿਕ ਸਿੱਖਿਆ ਦੇ ਭਾਗ ਅਰਥ ਸ਼ਾਸਤਰ ਵਿੱਚੋਂ ਪਾਠ ਪਹਿਲਾ ਮੁੱਢਲੀਆਂ ਧਾਰਾਵਾਂ ਬਾਰੇ ਪੜ੍ਹਨ ਜਾ ਰਹੇ ਹਾਂ। ਠੀਕ ਹੈ ਬੇਟਾ, ਤਾਂ ਇਸ ਨੂੰ ਬੜੇ ਧਿਆਨ ਨਾਲ ਤੁਹਾਨੇ ਸੁਣਨਾ ਹੈ ਔਰ ਸਮਝਣਾ ਹੈ। ਤਾਂ ਬੇਟਾ ਮੁੱਢਲੀਆਂ ਧਾਰਾਵਾਂ ਕੀ ਹੁੰਦੀਆਂ ਨੇ? ਅਰਥ ਸ਼ਾਸਤਰ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਖਾਸ ਅਰਥਾਂ ਵਿੱਚ ਲਿਆ ਜਾਂਦਾ ਹੈ। ਇਹਨਾਂ ਸ਼ਬਦਾਂ ਨੂੰ ਅਸੀਂ ਮੁੱਢਲੀਆਂ ਧਾਰਾਵਾਂ ਕਹਿੰਦੇ ਹਾਂ। ਠੀਕ ਹੈ ਬੇਟਾ, ਸਮਝ ਗਏ ਨਾ? ਤੇ ਇਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਅੱਗੇ ਪੜਾਂਗੇ ਰਾਸ਼ਟਰੀ ਆਮਦਨ ਬਾਰੇ। ਤਾਂ ਰਾਸ਼ਟਰੀ ਆਮਦਨ ਕੀ ਹੁੰਦੀ ਹੈ ਬੇਟਾ? ਜਿਵੇਂ ਕਿ ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੌਰਾਨ ਮਜ਼ਦੂਰੀ, ਵਿਆਜ, ਲਗਾਨ ਤੇ ਲਾਭ ਦੇ ਰੂਪ ਵਿੱਚ ਸ਼ੁੱਧ ਅਰਜਿਤ ਆਮਦਨ ਨੂੰ ਅਸੀਂ ਕੀ ਕਹਿੰਦੇ ਹਾਂ? ਰਾਸ਼ਟਰੀ ਆਮਦਨ ਕਹਿੰਦੇ ਹਾਂ। ਠੀਕ ਹੈ ਬੇਟਾ, ਜਿਵੇਂ ਕਿ ਕਿਸੇ ਇੱਕ ਸਾਲ ਵਿੱਚ ਜਿੰਨੇ ਵੀ ਇਸ ਦੇਸ਼ ਦੇ ਵਿੱਚ ਵਿਅਕਤੀ ਹਨ, ਕੋਈ ਨੌਕਰੀ ਕਰ ਰਿਹਾ ਹੈ, ਕੋਈ ਨੌਕਰੀ ਦੇ ਰਿਹਾ ਹੈ, ਕੋਈ ਪੈਸੇ ਕਮਾ ਰਿਹਾ ਹੈ, ਕੋਈ ਪੈਸੇ ਦੇ ਰਿਹਾ ਹੈ, ਇਸੇ ਤਰ੍ਹਾਂ ਕੋਈ ਬੇਟਾ ਟੈਕਸ ਲੈ ਰਿਹਾ ਹੁੰਦਾ ਹੈ ਅਤੇ ਕੋਈ ਟੈਕਸ ਹੈ ਜਿਹੜਾ ਉਹ ਦੇ ਰਿਹਾ ਹੁੰਦਾ ਹੈ। ਜੇਕਰ ਅਸੀਂ ਇਹ ਸਾਰਾ ਕੁਝ ਜੋੜ ਲਈਏ ਤਾਂ ਉਹ ਦੇਸ਼ ਦੀ ਰਾਸ਼ਟਰੀ ਆਮਦਨ ਹੈ ਜਿਹੜੀ ਬਣ ਜਾਂਦੀ ਹੈ। ਠੀਕ ਹੈ ਬੇਟਾ, ਸੋ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਟਰੀ ਆਮਦਨ ਸਾਰੇ ਦੇਸ਼ ਦੇ ਨਿਵਾਸੀਆਂ ਦੀ ਇੱਕ ਸਾਲ ਦੀ ਆਮਦਨ ਹੁੰਦੀ ਹੈ। ਇਸੇ ਤਰ੍ਹਾਂ ਬੇਟਾ ਕੀਮਤਾਂ ਵਿੱਚ ਜਿਹੜਾ ਪਰਿਵਰਤਨ ਹੈ ਉਹ ਹੁੰਦਾ ਰਹਿੰਦਾ ਹੈ। ਕੀਮਤਾਂ ਕਦੇ ਵੱਧ ਜਾਂਦੀਆਂ ਹਨ ਅਤੇ ਕਦੇ ਘਟ ਜਾਂਦੀਆਂ ਹਨ, ਜਿਸ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਦੇ ਵਿੱਚ ਬਿਨਾਂ ਕੋਈ ਪਰਿਵਰਤਨ ਹੋਇਆ ਰਾਸ਼ਟਰੀ ਆਮਦਨ ਵੱਧ ਜਾਂ ਘੱਟ ਹੋ ਸਕਦੀ ਹੈ। ਇਸੇ ਤਰ੍ਹਾਂ ਬੇਟਾ ਅੱਗੇ ਜਿਵੇਂ ਕਿ ਸ਼ੁੱਧ ਰਾਸ਼ਟਰੀ ਆਮਦਨ ਹੈ ਜਿਹੜੀ, ਉਸ ਦਾ ਅਨੁਮਾਨ ਹੈ ਜਿਹੜਾ ਉਹ ਬੇਟਾ ਕੁੱਲ ਰਾਸ਼ਟਰੀ ਆਮਦਨ ਦੇ ਵਿੱਚੋਂ ਘਿਸਾਵਟ ਖਰਚ ਨੂੰ ਘਟਾ ਕੇ ਲਗਾਇਆ ਜਾ ਸਕਦਾ ਹੈ। ਠੀਕ ਹੈ ਬੇਟਾ, ਤਾਂ ਇੱਥੇ ਘਿਸਾਵਟ ਸ਼ਬਦ ਨੂੰ ਸਮਝਣਾ ਜ਼ਰੂਰੀ ਹੈ। ਜਿਵੇਂ ਕਿ ਮੈਂ ਤੁਹਾਨੂੰ ਸਮਝਾਉਂਦੀ ਹਾਂ ਇੱਕ ਉਦਾਹਰਨ ਰਾਹੀਂ। ਜਿਵੇਂ ਘਿਸਾਵਟ ਦਾ ਅਰਥ ਹੈ ਕਿ ਆਪਾਂ ਕੋਈ ਮੋਟਰਸਾਈਕਲ ਖਰੀਦਦੇ ਹਾਂ ਜਾਂ ਕੋਈ ਕਾਰ ਖਰੀਦਦੇ ਹਾਂ। ਠੀਕ ਹੈ ਬੇਟਾ, ਕੁਛ ਵੀ ਖਰੀਦਦੇ ਹਾਂ ਤਾਂ ਅਸੀਂ ਉਸ ਵਿੱਚ ਪੈਟਰੋਲ ਪਾਉਂਦੇ ਹਾਂ, ਤਾਂ ਬੱਚਿਓ ਉਹ ਮੋਟਰਸਾਈਕਲ ਹੈ ਜਿਹੜੀ ਉਸਦੀ ਕੀਮਤ ਹਰ ਸਾਲ ਘਟਦੀ ਜਾਂਦੀ ਹੈ ਅਤੇ ਉਸਦੇ ਟਾਇਰ ਨੇ ਜਿਹੜੇ ਉਹ ਘਸ ਜਾਂਦੇ ਹਨ ਅਤੇ ਸਾਨੂੰ ਉਸਦੀ ਸਰਵਿਸ ਵੀ ਕਰਵਾਉਣੀ ਪੈਂਦੀ ਹੈ। ਤਾਂ ਇਹ ਜੋ ਖਰਚੇ ਹੁੰਦੇ ਹਨ ਅਸੀਂ ਇਹਨਾਂ ਨੂੰ ਘਿਸਾਵਟ ਦੇ ਖਰਚੇ ਕਹਿੰਦੇ ਹਾਂ। ਠੀਕ ਹੈ ਬੇਟਾ, ਤਾਂ ਇਸੇ ਤਰ੍ਹਾਂ ਸ਼ੁੱਧ ਰਾਸ਼ਟਰੀ ਆਮਦਨ ਦਾ ਅਨੁਮਾਨ ਹੈ ਜਿਹੜਾ ਬੇਟਾ ਉਹ ਕੁੱਲ ਰਾਸ਼ਟਰੀ ਆਮਦਨ ਦੇ ਵਿੱਚੋਂ ਘਿਸਾਵਟ ਖਰਚ ਨੂੰ ਘਟਾ ਕੇ ਪਤਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅੱਗੇ ਹੈ ਸ਼ੁੱਧ ਰਾਸ਼ਟਰੀ ਆਮਦਨ। ਤਾਂ ਜਿਵੇਂ ਕਿ ਇੱਕ ਕਿਸਾਨ ਹੁੰਦਾ ਹੈ, ਤਾਂ ਇੱਕ ਕਿਸਾਨ ਖੇਤ ਦੇ ਵਿੱਚ ਕੰਮ ਕਰਦਾ ਹੈ, ਖੇਤ ਦੇ ਵਿੱਚ ਕਣਕ ਬੀਜਦਾ ਹੈ। ਤਾਂ ਕਣਕ ਬੀਜਦੇ ਸਮੇਂ ਉਸਨੂੰ ਖਾਦ ਵੀ ਪਾਉਣੀ ਪੈਂਦੀ ਹੈ, ਦਵਾਈਆਂ ਦਾ ਛਿੜਕਾਅ ਵੀ ਕਰਨਾ ਪੈਂਦਾ ਹੈ। ਠੀਕ ਹੈ ਬੇਟਾ, ਤਾਂ ਕਿਸਾਨ ਆਪ ਵੀ ਮਿਹਨਤ ਕਰਦਾ ਹੈ ਅਤੇ ਇਹ ਸਾਰੇ ਕਿਸਾਨ ਦੇ ਖਰਚੇ ਹੁੰਦੇ ਹਨ। ਅਤੇ ਹੁਣ ਕਿਸਾਨ ਨੇ ਆਪਣੀ ਜਿਹੜੀ ਕਣਕ ਹੈ ਵੱਢਣੀ ਵੀ ਹੈ ਅਤੇ ਉਹਨਾਂ ਨੂੰ ਵੱਢਣ ਲਈ ਮਜ਼ਦੂਰਾਂ ਦੀ ਵੀ ਲੋੜ ਹੁੰਦੀ ਹੈ ਅਤੇ ਮਜ਼ਦੂਰਾਂ ਨੂੰ ਉਹ ਮਜ਼ਦੂਰੀ ਵੀ ਦਿੰਦਾ ਹੈ ਅਤੇ ਵੱਢਣ ਤੋਂ ਬਾਅਦ ਉਹ ਮੰਡੀ ਦੇ ਵਿੱਚ ਹੁਣ ਉਸਨੂੰ ਯਾਨੀ ਕਿ ਕਣਕ ਨੂੰ ਵੇਚਣ ਦੇ ਉੱਪਰ ਵੀ ਉਸਦਾ ਖਰਚ ਆਉਂਦਾ ਹੈ। ਠੀਕ ਹੈ, ਵੇਚਣ ਲਈ ਲੈ ਕੇ ਜਾਂਦਾ ਤਾਂ ਉਸਦੇ ਉੱਪਰ ਵੀ ਉਸਦਾ ਖਰਚ ਆਉਂਦਾ ਹੈ। ਇਸੇ ਤਰ੍ਹਾਂ ਬੇਟਾ ਉਸਨੂੰ ਜੋ ਕੁੱਲ ਆਮਦਨ ਵਿੱਚੋਂ ਆਪਣੇ ਸਾਰੇ ਖਰਚ ਘਟਾ ਦੇਵੇਗਾ, ਜਿਹੜੇ ਖਰਚ ਖਾਦ ਵਾਲੇ, ਜਿਵੇਂ ਕਿ ਖਾਦ ਪਾਉਣ 'ਤੇ ਖਰਚ ਆਏ ਥੇ, ਦਵਾਈਆਂ ਵਾਲੇ ਖਰਚੇ, ਮਜ਼ਦੂਰਾਂ ਨੂੰ ਦੇਣ ਵਾਲੇ ਖਰਚੇ, ਠੀਕ ਹੈ ਬੇਟਾ, ਕਣਕ ਵਢਾਉਣ ਦੇ ਖਰਚੇ, ਅਤੇ ਇਹ ਸਾਰੇ ਖਰਚੇ ਉਸ ਆਮਦਨ ਵਿੱਚੋਂ ਘਟਾ ਦੇਵੇਗਾ। ਜਿਹੜੀ ਉਸਨੂੰ ਆਮਦਨ ਹੋਈ ਸੀ ਉਹ ਜਿਹੜੀ ਬਾਕੀ ਬਚ ਜਾਂਦੀ ਹੈ ਤਾਂ ਬੇਟਾ ਉਹ ਸ਼ੁੱਧ ਆਮਦਨ ਹੋਵੇਗੀ। ਇਸੇ ਤਰ੍ਹਾਂ ਕਿਸੇ ਦੇਸ਼ ਦੀ ਸ਼ੁੱਧ ਰਾਸ਼ਟਰੀ ਆਮਦਨ ਉਹ ਹੁੰਦੀ ਹੈ ਉਸ ਦੇਸ਼ ਵਿੱਚ ਉਸ ਸਾਲ ਕਿੰਨੇ ਘਿਸਾਵਟ ਦੇ ਖਰਚੇ ਹੋਏ। ਜਦੋਂ ਉਹਨਾਂ ਖਰਚਿਆਂ ਨੂੰ ਜਾਂ ਟੁੱਟ ਭੱਜਣ ਦੇ ਖਰਚਿਆਂ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਜੋ ਆਮਦਨ ਬਾਕੀ ਬਚਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਠੀਕ ਹੈ ਬੇਟਾ, ਸਮਝ ਗਏ ਨਾ? ਤਾਂ ਬੇਟਾ ਇਸ ਤੋਂ ਅੱਗੇ ਆਪਾਂ ਪੜਾਂਗੇ ਪ੍ਰਤੀ ਵਿਅਕਤੀ ਆਮਦਨ। ਤਾਂ ਪ੍ਰਤੀ ਵਿਅਕਤੀ ਆਮਦਨ ਕੀ ਹੁੰਦੀ ਹੈ? ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਨੂੰ ਅਸੀਂ ਪ੍ਰਤੀ ਵਿਅਕਤੀ ਆਮਦਨ ਕਹਿੰਦੇ ਹਾਂ। ਠੀਕ ਹੈ ਬੇਟਾ, ਪਰ ਇਸ ਤੋਂ ਭਾਵ ਇਹ ਨਹੀਂ ਕਿ ਦੇਸ਼ ਦੇ ਸਾਰੇ ਵਿਅਕਤੀਆਂ ਦੀ ਆਮਦਨ ਹੈ ਜਿਹੜੀ ਉਹ ਇੱਕ ਬਰਾਬਰ ਹੋਵੇ, ਯਾਨੀ ਕਿ ਇੱਕ ਸਮਾਨ ਹੋਵੇ। ਕੁਝ ਲੋਕਾਂ ਦੀ ਆਮਦਨ ਘੱਟ ਹੁੰਦੀ ਹੈ ਅਤੇ ਕੁਝ ਲੋਕਾਂ ਦੀ ਆਮਦਨ ਹੈ ਜਿਹੜੀ ਉਹ ਵੱਧ ਹੁੰਦੀ ਹੈ। ਇਸ ਕਰਕੇ ਅਸੀਂ ਜਾਣਦੇ ਹਾਂ ਕਿ ਜਿਵੇਂ ਕਿ ਸਾਡੇ ਦੇਸ਼ ਦੇ ਵਿੱਚ ਅੰਬਾਨੀ ਵਰਗੇ ਬਹੁਤ
ਅਮੀਰ ਲੋਕ ਵੀ ਰਹਿੰਦੇ ਹਨ ਅਤੇ ਜਿਨ੍ਹਾਂ ਦੀਆਂ ਲੱਖਾਂ ਕਰੋੜਾਂ ਦੇ ਵਿੱਚ ਕੀ ਹੈ ਆਮਦਨ ਹੈ, ਅਤੇ ਸਾਡੇ ਦੇਸ਼ ਦੇ ਵਿੱਚ ਇੱਕ ਗਰੀਬ ਦਿਹਾੜੀਦਾਰ ਆਦਮੀ ਵੀ ਰਹਿੰਦਾ ਹੈ ਜਿਸ ਦੀ ਆਮਦਨ ਹੈ ਜਿਹੜੀ 100 ਰੁਪਏ ਹੁੰਦੀ ਹੈ। ਠੀਕ ਹੈ ਬੇਟਾ। ਤਾਂ ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਅਮੀਰ ਲੋਕ ਵੀ ਰਹਿੰਦੇ ਨੇ ਅਤੇ ਗਰੀਬ ਲੋਕ ਵੀ ਰਹਿੰਦੇ ਹਨ, ਅਤੇ ਇਸੇ ਤਰ੍ਹਾਂ ਸਾਰੇ ਲੋਕਾਂ ਦੀ ਆਮਦਨ ਹੈ ਜਿਹੜੀ ਉਹ ਇੱਕ ਸਮਾਨ ਨਹੀਂ ਹੁੰਦੀ। ਠੀਕ ਹੈ ਬੇਟਾ। ਤਾਂ ਜਦੋਂ ਅਸੀਂ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਲਗਾਉਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਆਪਣੀ ਰਾਸ਼ਟਰੀ ਆਮਦਨ ਨੂੰ ਅਸੀਂ ਦੇਸ਼ ਦੀ ਕੁੱਲ ਜਨਸੰਖਿਆ ਨਾਲ ਭਾਗ ਦੇ ਦਿੰਦੇ ਹਾਂ। ਠੀਕ ਹੈ ਬੇਟਾ। ਤਾਂ ਉਹ ਪ੍ਰਤੀ ਵਿਅਕਤੀ ਆਮਦਨ ਨਿਕਲ ਆਉਂਦੀ ਹੈ। ਜਿਵੇਂ ਕਿ ਇੱਕ ਉਦਾਹਰਨ ਵਜੋਂ, ਜਿਵੇਂ ਮੰਨ ਲਓ ਕਿਸੇ ਦੇਸ਼ ਦੀ ਅਸਲੀ ਰਾਸ਼ਟਰੀ ਆਮਦਨ ਵਿੱਚ 4% ਸਾਲਾਨਾ ਵਾਧਾ ਹੋਇਆ ਅਤੇ ਉਸਦੀ ਜਨਸੰਖਿਆ ਵਿੱਚ ਵੀ 4% ਸਾਲਾਨਾ ਵਾਧਾ ਹੋਇਆ, ਤਾਂ ਪ੍ਰਤੀ ਵਿਅਕਤੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੋਵੇਗਾ, ਭਾਵ ਲੋਕਾਂ ਦੇ ਜੀਵਨ ਪੱਧਰ ਦਾ ਜਾਂ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਇਸ ਲਈ ਦੇਸ਼ ਦੀ ਵਿਕਾਸ ਦਰ ਵਿੱਚ ਵਾਧਾ ਤਾਂ ਹੀ ਹੋਵੇਗਾ ਜਦੋਂ ਪ੍ਰਤੀ ਵਿਅਕਤੀ ਅਸਲ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਠੀਕ ਹੈ ਬੇਟਾ। ਤਾਂ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੇਸ਼ ਵਿੱਚ ਵਾਧਾ ਦਰ ਤਾਂ ਹੀ ਹੋਵੇਗਾ ਜਦੋਂ ਪ੍ਰਤੀ ਵਿਅਕਤੀ ਆਮਦਨ ਅਸਲ ਆਮਦਨ ਵਿੱਚ ਵਾਧਾ ਹੁੰਦਾ ਰਹੇਗਾ। ਜਦੋਂ ਅਸੀਂ ਸਾਡੀ ਆਮਦਨ ਹੈ ਜਿਹੜੀ ਉਹ ਵੱਧਦੀ ਰਹੇਗੀ ਤਾਂ ਸਾਡਾ ਦੇਸ਼ ਤਰੱਕੀ ਵੱਲ ਆਪਣੇ ਆਪ ਹੀ ਜਾਂਦਾ, ਯਾਨੀ ਕਿ ਦੇਸ਼ ਤਰੱਕੀ ਵੱਲ ਆਪਣੇ ਆਪ ਹੀ ਵੱਧਦਾ ਜਾਵੇਗਾ। ਠੀਕ ਹੈ ਬੇਟਾ। ਤਾਂ ਅੱਗੇ ਆਪਾਂ ਨੇ ਪੜ੍ਹਨਾ ਹੈ ਬੇਟਾ ਉਪਭੋਗ। ਤਾਂ ਉਪਭੋਗ ਕੀ ਹੁੰਦਾ ਹੈ, ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਮਿਲਦੀ ਹੈ। ਠੀਕ ਹੈ ਬੇਟਾ। ਯਾਨੀ ਕਿ ਜਿਵੇਂ ਕਿ ਪਿਆਸ ਬੁਝਾਉਣ ਲਈ ਪਾਣੀ ਦਾ ਪ੍ਰਯੋਗ ਕਰਦੇ ਹਾਂ ਅਸੀਂ। ਠੀਕ ਹੈ ਬੇਟਾ। ਤਾਂ ਭੁੱਖ ਮਿਟਾਉਣ ਲਈ ਅਸੀਂ ਰੋਟੀ ਦਾ ਪ੍ਰਯੋਗ ਕਰਦੇ ਹਾਂ, ਅਤੇ ਇਸ ਲਈ ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਕੋਈ ਮਨੁੱਖ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਕਿਸੇ ਵਸਤੂ ਦੀ ਉਪਭੋਗਤਾ ਕਰਦਾ ਹੈ। ਠੀਕ ਹੈ ਬੇਟਾ। ਤਾਂ ਖਰਚ ਦੇ ਰੂਪ ਵਿੱਚ ਉਪਭੋਗ ਤੋਂ ਭਾਵ ਉਸ ਕੁੱਲ ਖਰਚ ਤੋਂ ਹੈ ਜੋ ਉਪਭੋਗ ਵਸਤੂਆਂ 'ਤੇ ਕੀਤਾ ਜਾਂਦਾ ਹੈ। ਠੀਕ ਹੈ ਬੇਟਾ, ਸਮਝ ਗਏ ਨਾ। ਅਤੇ ਉਸ ਤੋਂ ਬਾਅਦ ਅੱਗੇ ਹੈ ਬੇਟਾ, ਤਾਂ ਉਪਭੋਗ ਦੇ ਜਿਹੜੇ ਅੱਗੇ ਨੇ ਉਹ ਕਿਸਮਾਂ ਹੁੰਦੀਆਂ ਹਨ। 2 ਉਪਭੋਗ ਦੀਆਂ ਕਿਸਮਾਂ ਨੇ, ਜਿਵੇਂ ਕਿ ਤੁਸੀਂ ਇਸ ਮਾਈਂਡ ਮੈਪ ਦੇ ਵਿੱਚ ਦੇਖ ਰਹੇ ਹੋ ਨਾ, ਔਸਤ ਉਪਭੋਗ ਪ੍ਰਵਿਰਤੀ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ। ਤਾਂ ਔਸਤ ਉਪਭੋਗ ਪ੍ਰਵਿਰਤੀ ਤੋਂ ਕੀ ਭਾਵ ਹੈ ਵੀ ਕੁੱਲ ਖਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਕਹਿੰਦੇ ਹਾਂ। ਜੇ ਅਸੀਂ 100 ਕਰੋੜ ਰੁਪਏ ਦੀ ਆਮਦਨ ਹੈ ਤਾਂ ਉਸ ਵਿੱਚੋਂ ਅਸੀਂ 80 ਕਰੋੜ ਰੁਪਏ ਨੇ ਜਿਹੜੇ ਉਹ ਉਪਭੋਗ 'ਤੇ ਖਰਚ ਕਰ ਦਿੰਦੇ ਹਾਂ, ਤਾਂ ਅਸੀਂ ਉਸਨੂੰ ਔਸਤ ਉਪਭੋਗ ਪ੍ਰਵਿਰਤੀ ਕਹਿੰਦੇ ਹਾਂ। ਠੀਕ ਹੈ ਬੇਟਾ, ਸਮਝ ਗਏ ਨਾ। ਉਸ ਤੋਂ ਬਾਅਦ ਸੀਮਾਂਤ ਉਪਭੋਗ ਪ੍ਰਵਿਰਤੀ। ਤਾਂ ਸੀਮਾਂਤ ਉਪਭੋਗ ਪ੍ਰਵਿਰਤੀ ਕੀ ਹੁੰਦੀ ਹੈ ਕਿ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਵਜੋਂ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ। ਜਿਵੇਂ ਕਿ ਪਹਿਲੇ ਸਾਲ ਕਿਸੇ ਵਿਅਕਤੀ ਨੇ 10 ਲੱਖ ਕਮਾਇਆ ਤਾਂ ਉਸ ਤੋਂ ਅੱਗੇ ਉਹ 20 ਲੱਖ ਕਮਾਏਗਾ, ਤਾਂ ਉਸਦੇ ਆਮਦਨ ਦੇ ਵਿੱਚ ਕੀ ਹੋਇਆ, ਪਰਿਵਰਤਨ ਹੋਇਆ। ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਸੀਮਾਂਤ ਉਪਭੋਗ ਪ੍ਰਵਿਰਤੀ। ਠੀਕ ਹੈ ਬੇਟਾ, ਸਮਝ ਗਏ ਨਾ। ਅਤੇ ਉਸ ਤੋਂ ਬਾਅਦ ਅੱਗੇ ਆਪਾਂ ਪੜ੍ਹਾਂਗੇ ਬੱਚਤ। ਤਾਂ ਬੱਚਤ ਕੀ ਹੁੰਦੀ ਹੈ, ਆਮਦਨ ਵਿੱਚ ਉਪਭੋਗ ਸੰਬੰਧੀ ਖਰਚ ਨੂੰ ਘਟਾਉਣ ਉਪਰੰਤ ਜੋ ਧਨ ਬਾਕੀ ਬਚ ਜਾਂਦਾ ਹੈ ਉਸਨੂੰ ਅਸੀਂ ਕੀ ਕਹਿੰਦੇ ਹਾਂ, ਬੱਚਤ। ਯਾਨੀ ਕਿ ਸਾਡੀ ਜੋ ਕੁੱਲ ਆਮਦਨ ਹੁੰਦੀ ਹੈ ਅਤੇ ਉਸਦੇ ਵਿੱਚ ਕੁਝ ਹਿੱਸਾ ਆਪਾਂ ਉਪਭੋਗ ਵਾਸਤੇ ਖਰਚ ਕਰ ਦਿੰਦੇ ਹਾਂ ਅਤੇ ਕੁਝ ਅਸੀਂ ਬਚਾ ਕੇ ਰੱਖ ਲੈਂਦੇ ਹਾਂ, ਤਾਂ ਉਸਨੂੰ ਜਿਹੜਾ ਬਚਿਆ ਹੋਇਆ ਪੈਸਾ ਹੁੰਦਾ ਹੈ ਆਮਦਨ ਦਾ, ਠੀਕ ਹੈ ਬੇਟਾ, ਤਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ, ਬੱਚਤ ਕਹਿੰਦੇ ਹਾਂ। ਸਮਝ ਗਏ ਨਾ ਬੱਚਤ ਕੀ ਹੁੰਦੀ ਹੈ। ਤਾਂ ਉਸ ਤੋਂ ਅੱਗੇ ਆਪਾਂ ਪੜ੍ਹਾਂਗੇ ਨਿਵੇਸ਼। ਤਾਂ ਨਿਵੇਸ਼ ਕੀ ਹੁੰਦਾ ਹੈ ਕਿ ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਇੱਕ ਵਰ੍ਹੇ ਦੌਰਾਨ ਆਮਦਨ ਦਾ ਜੋ ਭਾਗ ਉਪਭੋਗ 'ਤੇ ਖਰਚ ਨਹੀਂ ਕੀਤਾ ਜਾਂਦਾ ਬਲਕਿ ਬਚਾ ਕੇ ਪੂੰਜੀ ਨਿਰਮਾਣ ਲਈ ਪ੍ਰਯੋਗ ਕੀਤਾ ਜਾਂਦਾ ਹੈ, ਤਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ, ਨਿਵੇਸ਼ ਕਹਿੰਦੇ ਹਾਂ। ਇਸੇ ਤਰ੍ਹਾਂ ਮਨੁੱਖ ਜੋ ਪੈਸਾ ਕਮਾਉਂਦਾ ਹੈ ਕੁਝ ਉਪਭੋਗ ਕਰ ਦਿੰਦਾ ਹੈ ਅਤੇ ਕੁਝ ਹਿੱਸਾ ਬਚਾ ਕੇ ਰੱਖ ਲੈਂਦਾ ਹੈ, ਅਤੇ ਪੈਸਾ ਬਚਾ ਕੇ ਪੂੰਜੀ ਨਿਰਮਾਣ ਲਈ ਪ੍ਰਯੋਗ ਕਰਦਾ ਹੈ। ਪੂੰਜੀ ਨਿਰਮਾਣ ਦਾ ਮਤਲਬ ਪੈਸੇ ਨੂੰ ਹੋਰ ਕਮਾਉਣਾ ਜਾਂ ਪੈਸੇ ਤੋਂ ਪੈਸੇ ਨੂੰ ਹੋਰ ਬਣਾਉਣਾ। ਠੀਕ ਹੈ। ਆਪਣੇ ਪੈਸੇ ਉਪਭੋਗ ਕਰਨ ਪਿੱਛੋਂ ਜੋ ਬਾਕੀ ਪੈਸੇ ਬਚਦੇ ਹਨ ਅਤੇ ਉਹਨਾਂ ਦੀਆਂ ਉਹ ਜਿਵੇਂ ਕਿ ਮਸ਼ੀਨਾਂ ਖਰੀਦ ਲੈਂਦਾ ਹੈ, ਕੋਈ ਨਵੇਂ ਯੰਤਰ ਖਰੀਦ ਲੈਂਦਾ ਹੈ, ਜਾਂ ਕੋਈ ਭਵਨ, ਕੋਈ ਮਕਾਨ ਨਵਾਂ ਬਣਾ ਲੈਂਦਾ ਹੈ, ਕੋਈ ਨਵਾਂ ਕਾਰਖਾਨਾ ਜਿਹੜਾ ਉਹ ਬਣਾ ਲੈਂਦਾ ਹੈ। ਠੀਕ ਹੈ ਬੇਟਾ, ਤਾਂ ਉਸਨੂੰ ਅਸੀਂ ਪੂੰਜੀ ਨਿਰਮਾਣ ਕਹਿੰਦੇ ਹਾਂ। ਯਾਨੀ ਕਿ ਇਸ ਨਾਲ ਪੂੰਜੀ ਵਿੱਚ ਵਾਧਾ ਹੁੰਦਾ ਹੈ ਅਤੇ ਪੂੰਜੀ ਵਿੱਚ ਵਾਧੇ ਲਈ ਨਿਵੇਸ਼ ਕਰਦੇ ਹਨ। ਅਤੇ ਅੱਗੇ ਨਿਵੇਸ਼ ਦੇ ਪ੍ਰਕਾਰ ਹੁੰਦੇ ਹਨ, ਜਿਵੇਂ ਕਿ ਪ੍ਰੇਰਿਤ ਨਿਵੇਸ਼।
ਪਹਿਲਾ ਕੀ ਹੈ ਆਪਣੇ ਕੋਲ, ਜਿਵੇਂ ਕਿ ਬੇਟਾ ਇਸ ਤਸਵੀਰ ਦੇ ਵਿੱਚ ਮਾਈਂਡ ਮੈਪ ਦੇ ਵਿੱਚ ਦਿਖਾਇਆ ਗਿਆ ਹੈ ਨਾ, ਪ੍ਰੇਰਿਤ ਨਿਵੇਸ਼। ਤਾਂ ਪ੍ਰੇਰਿਤ ਨਿਵੇਸ਼ ਕੀ ਹੁੰਦਾ ਹੈ? ਇਹ ਉਹ ਨਿਵੇਸ਼ ਹੈ ਜੋ ਆਮਦਨ ਅਤੇ ਲਾਭ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਆਮਦਨ ਅਤੇ ਲਾਭ ਦੇ ਵਧਣ ਦੀ ਸੰਭਾਵਨਾ ਨਾਲ ਇਹ ਵੱਧ ਜਾਂਦਾ ਹੈ ਅਤੇ ਇਸ ਦੇ ਘਟਣ ਦੀ ਸੰਭਾਵਨਾ ਨਾਲ ਇਹ ਘਟ ਜਾਂਦਾ ਹੈ। ਉਸ ਤੋਂ ਬਾਅਦ ਬੇਟਾ ਅੱਗੇ ਸਵੈ ਚਲਿਤ ਨਿਵੇਸ਼। ਸਵੈ ਚਲਿਤ ਨਿਵੇਸ਼ ਉਹ ਨਿਵੇਸ਼ ਹੈ ਜੋ ਆਮਦਨ ਦੇ ਪੱਧਰ ਵਿੱਚ ਹੋਣ ਵਾਲੇ ਪਰਿਵਰਤਨ ਤੋਂ ਸੁਤੰਤਰ ਹੁੰਦਾ ਹੈ। ਠੀਕ ਹੈ ਬੇਟਾ। ਤਾਂ ਇਸ ਤੋਂ ਬਾਅਦ ਅੱਗੇ ਹੈ ਕੁੱਲ ਨਿਵੇਸ਼। ਕਿਸੇ ਅਰਥ ਵਿਵਸਥਾ ਵਿੱਚ ਇੱਕ ਵਰ੍ਹੇ ਦੌਰਾਨ ਪੂੰਜੀਗਤ ਪਦਾਰਥਾਂ ਦੇ ਕੁੱਲ ਉਤਪਾਦਨ ਨੂੰ ਕੁੱਲ ਨਿਵੇਸ਼ ਹੈ ਜਿਹੜਾ ਉਹ ਕਿਹਾ ਜਾਂਦਾ ਹੈ। ਠੀਕ ਹੈ ਬੇਟਾ। ਤਾਂ ਉਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਸ਼ੁੱਧ ਨਿਵੇਸ਼। ਸ਼ੁੱਧ ਨਿਵੇਸ਼ ਉਹ ਨਿਵੇਸ਼ ਹੈ ਜਿਸ ਦੇ ਸਿੱਟੇ ਵਜੋਂ ਪੂੰਜੀ ਦੇ ਸਟਾਕ ਵਿੱਚ ਵਾਧਾ ਹੁੰਦਾ ਹੈ। ਠੀਕ ਹੈ ਬੇਟਾ, ਸਮਝ ਗਏ ਨਾ ਕੀ ਹੁੰਦਾ ਇਹ ਨਿਵੇਸ਼। ਤੇ ਉਸ ਤੋਂ ਬਾਅਦ ਅੱਗੇ ਆਪਾਂ ਪੜਾਂਗੇ ਛੁਪੀ ਬੇਰੁਜ਼ਗਾਰੀ। ਠੀਕ ਹੈ ਬੇਟਾ, ਯਾਨੀ ਕਿ ਕਿਸੇ ਕੰਮ ਉੱਤੇ ਲੋੜ ਤੋਂ ਵੱਧ ਕਿਰਤੀਆਂ ਦਾ ਕੰਮ ਕਰਦੇ ਹੋਣਾ। ਇਸ ਨੂੰ ਆਪਾਂ ਬੇਟਾ ਜਿਵੇਂ ਕਿ ਇੱਕ ਉਦਾਹਰਨ ਰਾਹੀਂ ਸਮਝਾਂਗੇ। ਜਿਵੇਂ ਕਿ ਜਦੋਂ ਕਿਸੇ ਕੰਮ ਉੱਤੇ ਜਿੰਨੇ ਕਿਰਤੀਆਂ ਦੀ ਅਸਲ ਵਿੱਚ ਲੋੜ ਹੁੰਦੀ ਹੈ, ਜੇਕਰ ਉਸ ਤੋਂ ਵਧੇਰੇ ਕਿਰਤੀ ਲੱਗੇ ਹੋਏ ਹਨ ਤਾਂ ਵੱਧ ਕਿਰਤੀਆਂ ਦੀ ਬੇਰੁਜ਼ਗਾਰੀ ਨੂੰ ਛੁਪੀ ਬੇਰੁਜ਼ਗਾਰੀ ਕਹਿੰਦੇ ਹਾਂ। ਜੇ ਮੰਨ ਲਓ ਇੱਕ ਪਰਿਵਾਰ ਦੇ ਵਿੱਚ 4 ਏਕੜ ਦਾ ਖੇਤ ਹੈ। ਖੇਤ 'ਤੇ ਕੰਮ ਕਰਨ 'ਤੇ ਵਰਤਮਾਨ ਢੰਗ ਨਾਲ ਜੇਕਰ 4 ਆਦਮੀ ਹੀ ਉਸ ਖੇਤ ਉੱਤੇ ਕੰਮ ਕਰ ਰਹੇ ਹਨ ਤਾਂ ਉਹ ਚੰਗੇ ਢੰਗ ਨਾਲ ਖੇਤੀ ਹੈ ਜਿਹੜੀ ਕਰ ਸਕਦੇ ਹਨ। ਪਰੰਤੂ ਜੇਕਰ ਉਸ ਪਰਿਵਾਰ ਵਿੱਚ ਟੋਟਲ 8 ਵਿਅਕਤੀ ਹਨ ਤੇ ਹੋਰ ਕਿਤੇ ਰੋਜ਼ਗਾਰ ਨਾ ਮਿਲਣ ਕਾਰਨ ਸਾਰੇ ਦੇ ਸਾਰੇ ਵਿਅਕਤੀ ਨੇ ਜਿਹੜੇ ਉਹ ਖੇਤ ਦੇ ਉੱਪਰ ਕੰਮ ਕਰਨ ਲਈ ਹੀ ਲੱਗੇ ਹੋਏ ਹਨ। ਪਰ ਉਸ ਖੇਤ ਦੇ ਕੰਮ ਹੈ ਜਿਹੜਾ 4 ਵਿਅਕਤੀ ਅੱਛੇ ਤਰੀਕੇ ਨਾਲ ਹੈ ਜਿਹੜਾ ਉਹ ਕਰ ਸਕਦੇ ਹਨ। ਪਰ ਜਿਹੜੇ 4 ਵਿਅਕਤੀ ਬਚ ਜਾਂਦੇ ਨੇ ਉਹ ਕਿਹਨੇ ਫਾਲਤੂ ਲੱਗੇ ਹੋਏ ਨੇ, ਤੇ ਉਹ ਜਿਹੜੇ 4 ਵਿਅਕਤੀ ਨੇ ਉਹ ਛੁਪੀ ਹੋਈ ਬੇਰੁਜ਼ਗਾਰੀ ਹੈ। ਠੀਕ ਹੈ ਬੇਟਾ, ਯਾਨੀ ਕਿ ਇੱਕ ਖੇਤ ਦੇ ਉੱਪਰ ਕੰਮ ਕਰਨ ਵਾਸਤੇ ਤਾਂ 4 ਮਜ਼ਦੂਰ ਚਾਹੀਦੇ ਹੁੰਦੇ ਨੇ, 4 ਵਿਅਕਤੀ ਚਾਹੀਦੇ ਨੇ। 4 ਵਿਅਕਤੀ ਆਰਾਮ ਨਾਲ ਉਸ ਖੇਤ ਦੇ ਉੱਪਰ ਕੰਮ ਹੈ ਜਿਹੜਾ ਆਸਾਨੀ ਨਾਲ ਕਰ ਸਕਦੇ ਨੇ। ਲੇਕਿਨ ਉਸਦੇ ਉੱਪਰ 4 ਤੋਂ ਜ਼ਿਆਦਾ ਵੱਧ ਯਾਨੀ ਕਿ ਲੱਗੇ ਹੋਏ ਨੇ ਵਿਅਕਤੀ, ਤਾਂ ਜਿਹੜੇ 4 ਜ਼ਿਆਦਾ ਐਕਸਟਰਾ ਲੱਗੇ ਹੋਏ ਨੇ ਉਹ ਕਿਨੇ ਖੇਤੀ ਕਰਨ ਲਈ ਉਹ ਛੁਪੇ ਹੋਏ ਬੇਰੁਜ਼ਗਾਰੀ ਹੈ, ਉਹ ਫਾਲਤੂ ਲੱਗੇ ਹੋਏ ਨੇ। ਠੀਕ ਹੈ, ਤਾਂ ਇਸ ਨੂੰ ਆਪਾਂ ਕੀ ਕਹਾਂਗੇ? ਛੁਪੀ ਹੋਈ ਬੇਰੁਜ਼ਗਾਰੀ। ਠੀਕ ਹੈ ਬੇਟਾ। ਤਾਂ ਉਸ ਤੋਂ ਬਾਅਦ ਅੱਗੇ ਹੈ ਪੂਰਨ ਰੋਜ਼ਗਾਰ, ਜਿਸ ਵਿੱਚ ਸਾਰੇ ਲੋਕ ਮਜ਼ਦੂਰੀ ਦੀਆਂ ਵਰਤਮਾਨ ਦਰਾਂ 'ਤੇ ਕੰਮ ਕਰਨ ਦੇ ਇੱਛੁਕ ਹੋਣ ਅਤੇ ਬਿਨਾਂ ਕਿਸੇ ਔਕੜ ਦੇ ਕੰਮ ਮਿਲ ਜਾਵੇ। ਠੀਕ ਹੈ ਬੇਟਾ। ਤਾਂ ਉਸ ਨੂੰ ਆਪਾਂ ਕੀ ਕਹਾਂਗੇ? ਪੂਰਨ ਰੋਜ਼ਗਾਰ। ਤਾਂ ਇਸ ਦੇ ਬੇਟਾ ਪੂਰਨ ਰੋਜ਼ਗਾਰ ਦੀ ਸਥਿਤੀ ਵਿੱਚ ਵੱਖ-ਵੱਖ ਬੇਰੁਜ਼ਗਾਰੀਆਂ ਪਾਈਆਂ ਜਾਂਦੀਆਂ ਨੇ। ਜਿਵੇਂ ਕਿ ਪਹਿਲੀ ਹੈ ਇੱਛੁਕ ਬੇਰੁਜ਼ਗਾਰੀ, ਜਦੋਂ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ 'ਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਕੰਮ ਹੋਣ ਦੇ ਬਾਵਜੂਦ ਵੀ ਉਹ ਆਪਣੀ ਸਵੈ ਇੱਛਾ ਨਾਲ ਕੰਮ ਨਾ ਕਰੇ ਤਾਂ ਉਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਨੇ? ਇੱਛੁਕ ਬੇਰੁਜ਼ਗਾਰੀ। ਠੀਕ ਹੈ ਬੇਟਾ, ਯਾਨੀ ਕਿ ਜੇਕਰ ਉਹਨੂੰ ਕੰਮ ਕਰਨ ਲਈ ਜਿੰਨੇ ਪੈਸੇ ਮਿਲਦੇ ਨੇ ਪਰ ਉਹ ਉਨੇ ਪੈਸੇ ਦੇ ਉੱਪਰ ਕੰਮ ਕਰਨ ਲਈ ਆਪਣੀ ਇੱਛਾ ਨਾਲ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ ਤਾਂ ਉਹ ਛੱਡ ਦਿੰਦਾ ਹੈ, ਤਾਂ ਉਸਨੂੰ ਕੀ ਕਹਿੰਦੇ ਆ? ਉਸਦੀ ਆਪਣੀ ਇੱਛੁਕ ਬੇਰੁਜ਼ਗਾਰੀ। ਅੱਗੇ ਹੈ ਸੰਘਰਸ਼ਾਤਮਕ ਬੇਰੁਜ਼ਗਾਰੀ। ਤਾਂ ਇਹ ਬੇਰੁਜ਼ਗਾਰੀ ਕੱਚੇ ਮਾਲ ਦੀ ਘਾਟ ਕਾਰਨ ਜਾਂ ਮਜ਼ਦੂਰਾਂ ਦੀ ਗਤੀਹੀਨਤਾ ਕਾਰਨ ਜਾਂ ਵਿਸ਼ੇਸ਼ ਕਿਸਮ ਦੇ ਰੋਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਹੋਣ ਕਾਰਨ ਜਾਂ ਮਸ਼ੀਨਾਂ ਦੀ ਟੁੱਟ ਭੱਜ ਹੋਣ ਦੇ ਕਾਰਨ ਪੈਦਾ ਹੁੰਦੀ ਹੈ। ਠੀਕ ਹੈ ਬੇਟਾ। ਤਾਂ ਅੱਗੇ ਹੈ ਮੌਸਮੀ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਮੌਸਮ, ਫੈਸ਼ਨ ਅਤੇ ਰੁਚੀ ਸੰਬੰਧੀ ਪਰਿਵਰਤਨ ਕਾਰਨ ਵੀ ਪੈਦਾ ਹੁੰਦੀ ਹੈ। ਜਿਵੇਂ ਕਿ ਹੁਣ ਕਣਕ ਦੀ ਸੀਜ਼ਨ ਹੈ ਤਾਂ ਕਣਕ ਸੀਜ਼ਨ ਵੱਢਣ ਤੋਂ ਬਾਅਦ ਜਿਹੜੇ ਮਜ਼ਦੂਰ ਨੇ ਉਹ ਵਿਹਲੇ ਹੋ ਜਾਂਦੇ ਨੇ ਤਾਂ ਉਹ ਬੇਰੁਜ਼ਗਾਰ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਵੇਂ ਕਿ ਬਰਫ਼ ਦੇ ਕਾਰਖਾਨੇ ਨੇ ਸਰਦੀਆਂ ਦੇ ਵਿੱਚ ਬੰਦ ਹੋ ਜਾਂਦੇ ਨੇ। ਠੀਕ ਹੈ ਬੇਟਾ, ਗਰਮੀਆਂ ਵਿੱਚ ਸ਼ੁਰੂ ਹੁੰਦੇ ਨੇ ਤਾਂ ਇਹ ਸਰਦੀ ਗਰਮੀ ਦੇ ਹਿਸਾਬ ਨਾਲ ਜਿਹੜੇ ਕੰਮ ਨੇ ਉਹਦੇ ਹਿਸਾਬ ਨਾਲ ਬੇਰੁਜ਼ਗਾਰੀ ਹੈ ਜਿਹੜੀ ਉਹ ਬਣਦੀ ਹੈ। ਜਿਵੇਂ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੇ ਕੰਮ ਹੁੰਦੇ ਨੇ ਉਹ ਸਰਦੀਆਂ ਵਿੱਚ ਬੰਦ ਹੁੰਦੇ ਨੇ, ਸਰਦੀਆਂ ਵਿੱਚ ਜਿਹੜੇ ਕੰਮ ਹੁੰਦੇ ਨੇ ਉਹ ਗਰਮੀਆਂ ਵਿੱਚ ਬੰਦ ਹੁੰਦੇ ਨੇ, ਅਤੇ ਇਸ ਦੇ ਨਾਲ ਵੀ ਬੇਰੁਜ਼ਗਾਰੀ ਹੈ ਜਿਹੜੀ ਉਹ ਵੱਧਦੀ ਹੈ। ਅੱਗੇ ਹੈ ਸਿਰਜਣਾਤਮਕ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਅਰਥ ਵਿਵਸਥਾ ਵਿੱਚ ਹੋਣ ਵਾਲੇ ਸਿਰਜਣਾਤਮਕ ਪਰਿਵਰਤਨਾਂ ਦੇ ਕਾਰਨ ਪੈਦਾ ਹੁੰਦੀ ਹੈ, ਜਿਵੇਂ ਦੇਸ਼ ਦੇ ਨਿਰਯਾਤ ਵਪਾਰ ਵਿੱਚ ਹੋਣ ਵਾਲੇ ਪਰਿਵਰਤਨ ਆਦਿ। ਠੀਕ ਹੈ ਬੇਟਾ। ਤਾਂ ਉਸ ਤੋਂ ਬਾਅਦ ਹੈ ਅੱਗੇ ਤਕਨੀਕੀ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਉਤਪਾਦਨ ਦੀਆਂ ਤਕਨੀਕਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਪੈਦਾ ਹੁੰਦੀ ਹੈ, ਜਿਵੇਂ ਕਿ ਮਜ਼ਦੂਰਾਂ ਨੂੰ ਨਵੀਂ ਮਸ਼ੀਨਾਂ ਨੂੰ ਚਲਾਉਣਾ ਨਹੀਂ ਆਉਂਦਾ, ਜਿਵੇਂ ਕਿ ਅੱਜ ਕੱਲ੍ਹ ਦਾ ਯੁੱਗ ਹੈ ਜਿਹੜਾ ਉਹ ਮਸ਼ੀਨੀ ਯੁੱਗ ਹੈ। ਜ਼ਿਆਦਾਤਰ ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਬਜਾਏ ਮਸ਼ੀਨਾਂ ਤੋਂ ਕੰਮ ਲਿਆ ਜਾਂਦਾ ਹੈ, ਜਾਂ ਜਿਹੜੀਆਂ ਨਵੀਂ ਤਕਨੀਕਾਂ ਮਸ਼ੀਨਾਂ ਆਜ਼ਾਦ ਹੋ ਰਹੀਆਂ ਨੇ ਤਾਂ ਕਈ ਮਜ਼ਦੂਰਾਂ ਨੂੰ ਉਹ ਮਸ਼ੀਨਾਂ ਚਲਾਉਣੀਆਂ ਨਹੀਂ ਆਉਂਦੀਆਂ, ਤਾਂ ਉਹਦੇ ਨਾਲ ਵੀ ਕੀ ਹੈ? ਬੇਰੁਜ਼ਗਾਰੀ ਵੱਧ ਜਾਂਦੀ ਹੈ।
ਠੀਕ ਹੈ ਬੇਟਾ। ਤਾਂ ਬੇਟਾ ਇਹ ਜਿਹੜਾ ਚੈਪਟਰ ਹੈ ਤੁਹਾਡਾ ਇੱਥੇ ਹਾਫ ਪੂਰਾ ਹੁੰਦਾ ਹੈ। ਠੀਕ ਹੈ ਬੇਟਾ। ਤਾਂ ਅਗਲਾ ਜਿਹੜਾ ਇਸ ਤੋਂ ਅੱਗੇ ਚੈਪਟਰ ਹੈ ਉਹ ਆਪਾਂ ਅਗਲੇ ਹਫਤੇ ਅਗਲੀ ਵੀਡੀਓ ਵਿੱਚ ਕਰਾਂਗੇ। ਤਾਂ ਇਹ ਜਿਹੜਾ ਇੱਥੇ ਤੱਕ ਬੇਟਾ ਤੁਹਾਡਾ ਹਾਫ ਚੈਪਟਰ ਹੈ ਖ਼ਤਮ ਹੋ ਗਿਆ। ਤਾਂ ਬੇਟਾ ਉਮੀਦ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਵੇਗਾ। ਠੀਕ ਹੈ ਬੇਟਾ। ਤਾਂ ਥੈਂਕ ਯੂ ਬੇਟਾ।